ਸ਼ੀਲੂ ਬਲਹਾਰ ਦੇ ਮਾਮਲੇ ਦੇ ਵਿੱਚ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ। ਸ਼ੀਲੂ ਦੀਆਂ ਮੁਸ਼ਕਿਲਾਂ ਵੱਧ ਗਈਆਂ ਨੇ। FIR ਦਰਜ ਹੋ ਚੁੱਕੀ ਹੈ। FIR ਦੇ ਵਿੱਚ ਦਹੇਜ ਦੇ ਆਰੋਪ ਲੱਗੇ ਨੇ ਤੇ ਨਾਲ ਹੀ ਨਜਾਇਜ਼ ਸਬੰਧਾਂ ਦੇ ਆਰੋਪ ਵੀ ਲੱਗੇ ਨੇ। ਤੇ ਇਹ ਵੀ ਜਾਣਕਾਰੀ ਹੈ ਕਿ ਸ਼ੀਲੂ ਤੇ ਉਸਦੇ ਪਰਿਵਾਰ ਦੀ ਗ੍ਰਿਫਤਾਰੀ ਜਦੋਂ ਸੰਸਕਾਰ ਹੋ ਜਾਏਗਾ ਤਾਂ ਪੂਰੀ ਪੰਚਾਇਤ ਸ਼ੀਲੂ ਨੂੰ ਤੇ ਉਸਦੇ ਪਰਿਵਾਰ ਨੂੰ ਪੁਲਿਸ ਦੇ ਹਵਾਲੇ ਕਰ ਦੇਵੇਗੀ, ਯਾਨੀ ਕਿ ਗ੍ਰਿਫਤਾਰ ਸੰਸਕਾਰ ਤੋਂ ਬਾਅਦ ਕਰ ਲਿਆ ਜਾਵੇਗਾ। ਤੇ ਇਸ ਦੇ ਨਾਲ ਹੀ ਮੁਸਕਾਨ ਦਾ ਪੋਸਟਮਾਰਟਮ ਵੀ PGI ਰੋਹਤਕ ਤੋਂ ਹੋ ਚੁੱਕਿਆ ਹੈ ਤੇ ਜਿਹੜੇ ਉਸਦੇ ਪਰਿਵਾਰਕ ਮੈਂਬਰ ਨੇ ਉਹ ਉਸਦੀ ਮ੍ਰਿਤਕ ਦੇਹ ਨੂੰ ਲੈ ਕੇ ਪਿੰਡ ਅਕਬਰਪੁਰ ਪਹੁੰਚ ਗਏ ਨੇ ਤੇ ਉੱਥੇ ਹੁਣ ਆਖਰੀ ਰੀਤੀ ਰਿਵਾਜ, ਆਖਰੀ ਅੰਤਿਮ ਸੰਸਕਾਰ ਦੀਆਂ ਰਸਮਾਂ ਕੀਤੀਆਂ ਜਾਣਗੀਆਂ ਤੇ ਉਸ ਤੋਂ ਬਾਅਦ ਸ਼ੀਲੂ ਅਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਗ੍ਰਿਫਤਾਰੀ ਕਰ ਲਈ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਸ਼ੀਲੂ, ਉਸਦੇ ਮਾਤਾ ਪਿਤਾ ਤੇ ਉਸਦੇ ਭਰਾ ਦੇ ਉੱਤੇ ਇਹ FIR ਦਰਜ ਕੀਤੀ ਗਈ ਹੈ, ਜਿਸ ਦੇ ਵਿੱਚ ਮੁਸਕਾਨ ਦੇ ਪਿਤਾ ਦੇ ਵੱਲੋਂ ਇਹ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਉਸਦੀ ਬੇਟੀ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਉਸਨੂੰ ਤਾਨੇ ਮਿਹਣੇ ਦਿੱਤੇ ਜਾਂਦੇ ਸੀ ਕਿ ਤੂੰ ਸ਼ੀਲੂ ਦੇ ਲੈਵਲ ਦੀ ਨਹੀਂ ਹੈਗੀ, ਤੂੰ ਹੋਰ ਦਹੇਜ ਲੈ ਕੇ ਆ। ਇਸ ਦੇ ਨਾਲ ਇਹ ਆਰੋਪ ਵੀ ਲਗਾਏ ਜਾ ਰਹੇ ਨੇ ਕਿ ਉਸਦੇ ਨਾਲ ਕੁੱਟਮਾਰ ਕੀਤੀ ਗਈ ਸੀ। ਤਾਂ ਡਾਕਟਰਾਂ ਦੀ ਟੀਮ ਦੇ ਵੱਲੋਂ ਪੋਸਟਮਾਰਟਮ ਕਰ ਲਿਆ ਗਿਆ। ਪੋਸਟਮਾਰਟਮ ਦੀ ਰਿਪੋਰਟ ਥੋੜੇ ਸਮੇਂ ਦੇ ਵਿੱਚ ਬਾਹਰ ਆ ਜਾਵੇਗੀ ਤੇ ਉਸ ਤੋਂ ਬਾਅਦ ਜੋ ਗੱਲਾਂ ਕਹੀਆਂ ਜਾ ਰਹੀਆਂ ਨੇ, ਜਿਸ ਤਰੀਕੇ ਦੇ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਕੁੱਟਮਾਰ ਕੀਤੀ ਗਈ ਪਹਿਲਾਂ ਮੁਸਕਾਨ ਦੇ ਨਾਲ ਤੇ ਉਸ ਤੋਂ ਬਾਅਦ ਉਸਨੇ ਮਜਬੂਰ ਹੋ ਕੇ ਇੱਕ ਖੁਦਕੁਸ਼ੀ ਕੀਤੀ ਹੈ। ਨਾਲ ਪੁਲਿਸ ਨੇ ਇਹ ਜਾਣਕਾਰੀ ਵੀ ਦਿੱਤੀ ਹੈ ਕਿ ਕੋਈ ਸੁਸਾਈਡ ਨੋਟ ਨਹੀਂ ਮਿਲਿਆ। ਇਸ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ। ਹੋਰ ਵੀ ਬਹੁਤ ਸਾਰੀਆਂ ਖਬਰਾਂ ਐਸੇ ਤਰੀਕੇ ਦੇ ਨਾਲ ਫਲੋਟ ਹੋ ਰਹੀਆਂ ਨੇ ਕਿ ਸੱਸ ਨੂੰਹ ਦੀ ਆਪਸ ਦੇ ਵਿੱਚ ਨਹੀਂ ਸੀ ਬਣਦੀ, ਪਰ ਪੁਲਿਸ ਦੇ ਮੁਤਾਬਿਕ ਦਹੇਜ ਨੂੰ ਲੈ ਕੇ ਪ੍ਰੈਸ਼ਰ ਪਾਇਆ ਜਾ ਰਿਹਾ ਸੀ। ਇਸ ਦੇ ਨਾਲ ਹੀ ਸ਼ੀਲੂ ਦੇ ਨਜਾਇਜ਼ ਸਬੰਧ ਵੀ ਸੀਗੇ, ਜਿਸ ਦਾ ਪਤਾ ਮੁਸਕਾਨ ਨੂੰ ਲੱਗ ਗਿਆ ਸੀ। ਉਹ ਇਸ ਦਾ ਇਤਰਾਜ਼ ਕਰਦੀ ਸੀ ਤੇ ਜਾਣਕਾਰੀ ਇਹ ਹੈ ਕਿ ਇਸ ਬਾਬਤ ਸ਼ੀਲੂ ਦੇ ਵੱਲੋਂ ਉਸਦੇ ਲੜਕੀ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ, ਆਪਣੀ ਪਤਨੀ ਦੇ ਨਾਲ। ਇਹਨਾਂ ਦੋਵਾਂ ਦਾ ਇੱਕ ਬੇਟਾ 1 ਸਾਲ ਦਾ, ਜਿਸ ਦਾ ਨਾਮ ਹਾਰਦਿਕ ਹੈ। ਹੁਣ ਲੋਕ ਇਹ ਗੱਲਾਂ ਕਹਿ ਰਹੇ ਨੇ ਕਿ ਬੇਟੇ ਤੇ ਬਹੁਤ ਵੱਡਾ ਦੁੱਖਾਂ ਦਾ ਪਹਾੜ ਹੈ, ਕਿਉਂਕਿ 1 ਸਾਲ ਦਾ ਉਹ ਹੈਗਾ, ਮਾਂ ਦੀ ਸਭ ਤੋਂ ਵੱਧ ਜ਼ਰੂਰਤ ਹੁੰਦੀ ਹੈ ਤੇ ਉਸਦਾ ਇਹ ਸਾਰਾ ਬਚਪਨ ਆਪਣੀ ਮਾਂ ਤੋਂ ਬਿਨਾਂ ਗੁਜ਼ਰੇਗਾ। ਤੇ ਦੂਜੇ ਪਾਸੇ ਪਰਿਵਾਰ ਦੇ ਵਿੱਚ ਰੋਸ ਹੈ, ਪਰਿਵਾਰ ਵਾਲੇ ਇਨਸਾਫ ਦੀ ਮੰਗ ਕਰ ਰਹੇ ਨੇ। FIR ਦਰਜ ਹੋ ਚੁੱਕੀ ਹੈ ਇਸ ਮਾਮਲੇ ਦੇ ਵਿੱਚ ਤੇ ਸੰਸਕਾਰ ਤੋਂ ਬਾਅਦ ਸ਼ੀਲੂ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਬਹੁਤ ਸਾਰੀਆਂ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀ, ਜਿਸ ਦੇ ਵਿੱਚ ਗਵਾਂਢੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ। ਹਾਲਾਂਕਿ ਗਵਾਂਢੀ ਕਹਿੰਦੇ ਨੇ ਕਿ ਪਰਿਵਾਰ ਦੇ ਵਿੱਚ ਕੋਈ ਐਸਾ ਕਲੇਸ਼ ਹੈ, ਉਸ ਬਾਬਤ ਉਹਨਾਂ ਨੂੰ ਕੋਈ ਜਾਣਕਾਰੀ ਨਹੀਂ ਸੀ। ਪਰਿਵਾਰ ਬਹੁਤ ਹੀ ਮਿਲਣਸਾਰ ਸੀਗਾ। ਪਰਿਵਾਰ ਆਪਣੇ ਬੱਚੇ ਦੇ ਹੋਣ ਦੀ ਖੁਸ਼ੀ ਦੇ ਵਿੱਚ ਵੱਡਾ ਪ੍ਰੋਗਰਾਮ ਵੀ ਕਰਵਾ ਚੁੱਕਿਆ ਸੀਗਾ। ਪਰਿਵਾਰ ਜਿਹੜਾ ਹੈਗਾ ਪਿੰਡ ਦੇ ਵਿੱਚ ਕਿਸੇ ਨਾਲ ਦੁੱਖ ਸੁੱਖ ਹੁੰਦਾ ਸੀ ਉਹਦੇ ਨਾਲ ਵੀ ਖੜਦਾ ਸੀ। ਤੇ ਇਸ ਮਾਮਲੇ ਦੇ ਵਿੱਚ ਬਹੁਤ ਸਾਰੇ ਲੋਕ ਹੁਣ ਕੁਐਸਚਨ ਖੜੇ ਕਰ ਰਹੇ ਨੇ ਕਿ ਦਹੇਜ ਵਾਲੇ ਜਿਹੜੇ ਆਰੋਪ ਲੱਗੇ ਨੇ FIR ਦੇ ਵਿੱਚ ਇਹ ਬੇਬੁਨਿਆਦ ਨੇ, ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਸ਼ੀਲੂ ਆਪਣੇ ਆਪ ਦੇ ਵਿੱਚ ਹੀ ਬਹੁਤ ਵੱਡਾ ਖਿਡਾਰੀ ਸੀਗਾ, ਕਿਸੇ ਚੀਜ਼ ਦੀ ਉਸ ਨੂੰ ਕਮੀ ਨਹੀਂ ਸੀ, ਤਾਂ ਕਿਉਂ ਉਹ ਦਹੇਜ ਮੰਗੇਗਾ। ਤੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਦਸੰਬਰ 2023 ਦੇ ਵਿੱਚ ਉਸਦਾ ਵਿਆਹ ਹੁੰਦਾ ਹੈ, 2026 ਹੁਣ ਚੱਲ ਰਿਹਾ, ਤਾਂ ਇੰਨੇ ਸਾਲ ਜਿਹੜੇ ਵਿੱਚ ਪਏ ਨੇ, ਇਹ 2-2.5 ਸਾਲ, ਤਾਂ ਇਸ ਦੇ ਦਰਮਿਆਨ ਕਿਉਂ ਨਹੀਂ ਕੋਈ ਐਸੀ ਗੱਲ ਬਾਹਰ ਨਿਕਲ ਕੇ ਸਾਹਮਣੇ ਆਈ। ਹਾਲਾਂਕਿ ਇਹ ਗੱਲ ਮੀਡੀਆ ਰਿਪੋਰਟਾਂ ਦੇ ਵਿੱਚ ਨਿਕਲ ਕੇ ਆ ਰਹੀ ਹੈ ਕਿ ਜੋ ਮੁਸਕਾਨ ਸੀ, ਆਪਣੇ ਪਰਿਵਾਰ ਵੀ ਕਈ ਵਾਰ ਰੁੱਸ ਕੇ ਪੇਕੇ ਗਈ ਹੋਈ ਸੀ, ਜਿਸ ਤੋਂ ਬਾਅਦ ਸ਼ੀਲੂ ਤੇ ਉਸਦੇ ਫਾਦਰ ਸੁਰਿੰਦਰ ਉਹਨੂੰ ਮਨਾਉਣ ਦੇ ਲਈ ਲੈ ਕੇ ਆਏ। ਉਸ ਤੋਂ ਬਾਅਦ ਰਾਜੀਨਾਮਾ ਕਈ ਵਾਰ ਕਰਵਾਇਆ ਗਿਆ, ਪਰ ਇਹ ਸਭ ਦੇ ਬਾਵਜੂਦ ਇਹ ਗੱਲ ਹੁਣ ਅਫਸੋਸ ਦੇ ਤੌਰ ਤੇ ਮੁਸਕਾਨ ਦੇ ਪਿਤਾ ਲੈ ਰਹੇ ਨੇ ਕਿ ਕਿਉਂ ਉਹਨਾਂ ਨੇ ਆਪਣੀ ਧੀ ਨੂੰ ਵਾਪਸ ਭੇਜਿਆ ਸੀ। ਜੇ ਆਪਣੀ ਧੀ ਨੂੰ ਵਾਪਸ ਨਾ ਭੇਜਦੇ ਤਾਂ ਸ਼ਾਇਦ ਉਹ ਜਿਉਂਦੀ ਹੁੰਦੀ। ਤਾਂ ਇਹ ਸਭ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਐਟ ਦਾ ਐਂਡ ਪੋਸਟਮਾਰਟਮ ਰਿਪੋਰਟ ਨੂੰ ਉਡੀਕਿਆ ਜਾ ਰਿਹਾ, ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਬਹਿਰਾਲ ਸ਼ੀਲੂ ਦੇ ਉਸਦੇ ਪਰਿਵਾਰਕ ਮੈਂਬਰਾਂ ਦੇ ਉੱਤੇ FIR ਦਰਜ ਕਰ ਲਈ ਗਈ ਹੈ ਤੇ ਥੋੜੀ ਦੇਰ ਬਾਅਦ ਅੰਤਿਮ ਸੰਸਕਾਰ ਤੋਂ ਬਾਅਦ गिरफ्तारी भी कर ली जाएगी। नाते में दादा लगता हूँ जी शीलू का। अच्छा जी, जो ये इंसिडेंट हुआ, घटनाक्रम हुआ, इसको कैसे देखते हैं? देखो जी, दोनों बच्चे बड़ी खुशी खुशी में रहते थे। ये तो भगवान की को करनी है, उल्टी घड़ी लग रही थी। परिवार में सब चीज़ें की मौज है, किसी चीज़ की कमी नहीं। लड़का बहुत अच्छा प्लेयर था, बहुत पैसा कमाया, ना कोई दहेज का मामला ना और कुछ। भाई ये तो कुछ करड़ाई का चक्कर था। बाकी बच्चे खूब खुश थे दोनों, कोई ऐसी बात ही नहीं। क्या दोनों में कभी कोई लड़ाई झगड़ा होता? ना जी, कोई लड़ाई झगड़ा हमने तो सुना नहीं जी। अभी कोई कारणों का पता है आपको? ना जी, कोई कारण नहीं। ये समय बलवान है, समय का चक्कर है।
कभी कोई महसूस नहीं हुआ आप लोगों को? ना जी, बिल्कुल महसूस नहीं हुआ। कैसा खिलाड़ी था श्री? इंटरनेशनल पूरे भारत में जी, विदेशों में भी जाता था, कनाडा भी कई बार गया है। तकरीबन गर्मी के सीजन में तो कनाडा ज्यादा रहता था, बाकी भारत में तो सबको पता है उसका कितना तगड़ा प्लेयर था। एक बच्चा भी है? हाँ, एक बेटा है 7-8 महीने का। मामला ये था जी, ये जो बहू थी, ये लड़की फरमाना गांव से थी, बहू अकबरपुर में ब्याह रखी थी और सिल्लू पहलवान के ब्याह रखी थी। हमारे परिवार से है, वो मेरा पोता ही लगता है। भगवान को कुछ ये समय माड़ा आ रहा था, कल वो लड़की गुजर गई और आज दोनों गांव की पंचायतों के बीच में फैसला हुआ कि जो दाह संस्कार है वो बहू अकबरपुर के शमशान घाट में दिया जाएगा। और जो 4 आदमी हैं, सिल्लू पहलवान, उसका भाई, माँ और बाप, उनकी गिरफ्तारी वहीं पर पंचायत उनको सुपर्द कर देगी पुलिस के। कारण तो जी सुसाइड तो किया ही है, असली कारण का तो बाद में कानून या पुलिस के अंडर कर देंगे, उसके बाद ही पता लगेगा। छोटी मोटी कोई न कोई बात है, कितनी नहीं है, या तो लड़की को पता था या भाई घर वालों को पता था। कल हमें 31/7/2026 को सूचना मिली थी कि गांव बहु अकबरपुर में मुस्कान नाम की औरत है, उसने फांसी खा रखी है। ये सूचना में डायल 112 से प्राप्त हुई थी। सूचना पाकर मैं प्रबंधक अफसर थाना बहु मौका पर पहुंचे, जहां पर मुस्कान वाइफ ऑफ सिल्लू, जिसको टिंकू भी बोलते हैं, ने फांसी लगाई हुई थी और डायल 112 वालों ने उसको दरवाज़ा अंदर से बंद था, तोड़ दिया। और उसके बाद हमने FSL टीम को बुलाया, मैडम सरोज दैया को, और इसके परिजनों ने रात को दरखास्त मूव करी है, जिसपे FIR नंबर 133 दहेज हत्या 80 BNS 3/5 में FIR दर्ज करके आगामी कार्रवाई पोस्टमार्टम के लिए परिजनों ने क्या शिकायत की? के दहेज के लिए प्रताड़ित कर रहे थे। इसकी कब शादी हुई थी? 2023 की बता रहे हैं। ये इसका जो हस्बैंड है क्या करता है? ये इंटरनेशनल खिलाड़ी है, अंतर्राष्ट्रीय कबड्डी का। तो आगामी क्या कार्रवाई होगी? आगामी अभी पोस्टमार्टम करवा रहे हैं PGI में, जैसे ही डॉक्टरी नतीजा आएगा आगामी कार्रवाई तथ्यों के आधार पर। अरेस्टिंग हुई है? नहीं, अभी तक सामने तथ्य नहीं आए हैं, कोई अरेस्टिंग नहीं हुई है।